संत जना मिल हरि जस गायो, संत जना मिल हरि जस गायो, कोटि जन्म। हाँ जी दोस्तों, वेलकम बैक टू सिंह व्लॉग्स अगेन। ਅੱਜ 10 ਸਤੰਬਰ ਨੂੰ ਬਾਬਾ ਜੀ ਨੇ डेरा ब्यास ਵਿੱਚ सत्संग फरमाया। संगत का रश बहुत ही ज़्यादा सी। दूसरी स्टेट से भी संगत बहुत ज़्यादा आई हुई थी। बहुत ही प्यार से उन्होंने सत्संग सुना। मौसम आज अच्छा था, धूप ज़्यादा नहीं थी, बादल भी छाए हुए थे। बहुत ही सुंदर वातावरण में आज सत्संग हुआ। बाणी ली गई थी तीसरे पातशाह जी की, हर की पूजा दुलंभ है संतो। और बाबा जी 8:30 बजे से पहले ही स्टेज पे आ गए थे और करीब 1.5 घंटे तक सत्संग चला। और दोस्तों, एक और बात मैं आपसे शेयर करूंगा कि सत्संग के दौरान एक बीबी बहुत ज़ोर ज़ोर से चिल्लाई। वो भी अपना कंट्रोल खो बैठी जब बाबा जी उस वक्त सत्संग फरमा रहे थे। और आज बाबा जी ने क्या क्या फरमाया ये आपसे शेयर किया जाएगा शॉर्ट में। हरि जस गायो, सुख दुख हर नाम वडाई, सुख दुख हर नाम वडाई। तीसरे पातशाही सानू समझाउण दी कोशिश कर रहे हैं कि भगती किहदी करनी है और भगती किवें करनी है। बाबा जी ने फरमाया कि ये ਜਿਹੜੀਆਂ ग्रंथ पोथियां ਹਨ ਇਹ ਮਹਾਂਪੁਰਖਾਂ ਦੀ ਜ਼ਿੰਦਗੀ ਦਾ ਨਿਚੋੜ ਸੀ। ਇਹ ਅਨਮੋਲ ਦੌਲਤ ਆਪ ਸਾਨੂੰ ਦੇ ਕੇ ਗਏ ਹਨ ਕਿ ਇਹਨੂੰ ਸਮਝ ਕੇ ਇਹਨੂੰ ਅਮਲ ਵਿੱਚ ਲਿਆਈਏ ਔਰ ਉਸ ਮਾਲਕ ਦੀ ਪ੍ਰਾਪਤੀ ਕਰ ਸਕੀਏ। ਗੁਰੂ ਸਾਹਿਬਾਨ ਇੱਕ ਉਦਾਹਰਨ ਬਣ ਕੇ ਆਏ ਸਨ ਔਰ ਉਹਨਾਂ ਨੇ ਆਪਣੇ ਉਦਾਹਰਨ ਦੇ ਜ਼ਰੀਏ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਸੱਚ ਦੇ ਰਸਤੇ ਉੱਤੇ ਚੱਲਣਾ ਹੈ, ਕਿਵੇਂ ਉਸ ਮਾਲਿਕ ਨੂੰ ਲਕਸ਼ ਬਣਾ ਕੇ ਸਾਰੀ ਜ਼ਿੰਦਗੀ ਉਸ ਤਰ੍ਹਾਂ ਆਪਾਂ ਧਾਰਨੀ ਹੈ। ਮਗਰ ਇਨਸਾਨ ਦੀ ਫਿਤਰਤ ਹੈ ਕਿ ਇਹ ਆਸਾਨ ਤੋਂ ਆਸਾਨ ਤਰੀਕਾ ਲੱਭਦਾ ਹੈ। ਆਸਾਨ ਤਰੀਕਾ ਕੀ ਹੈ ਕਿ ਅਸੀਂ ਬਾਹਰਮੁਖੀ ਸਾਧਨਾ ਨੂੰ ਅਪਣਾ ਕੇ, ਇਹ ਨਹੀਂ ਕਿ ਗ੍ਰੰਥਾਂ ਪੋਥੀਆਂ ਨੂੰ ਪੜ੍ਹਦੇ ਹਾਂ ਲੇਕਿਨ ਸਾਡੇ ਅੰਦਰੋਂ ਕਿੰਨੇ ਕੁ ਹਨ ਜੋ ਉਹਨਾਂ ਨੂੰ ਸਮਝ ਕੇ ਉਹਨਾਂ ਨੂੰ ਅਮਲ ਵਿੱਚ ਲਿਆਉਂਦੇ ਹਨ। ਮਨ ਦੇ ਅਧੀਨ ਹੋਏ ਬੈਠੇ ਹਾਂ। ਸੋ ਇਸ ਕਰਕੇ ਭਾਵੇਂ ਗ੍ਰੰਥਾਂ ਪੋਥੀਆਂ ਵਿੱਚ ਸਹੀ ਰਸਤਾ ਸਾਨੂੰ ਦੱਸਿਆ ਗਿਆ ਹੈ, ਉਹਨਾਂ ਦੀ ਸਿੱਖਿਆ ਸਮਝ ਕੇ ਸਾਨੂੰ ਪਤਾ ਹੈ ਕਿ ਕੀ ਕਰਨਾ ਹੈ, ਮਗਰ ਇਨਸਾਨ ਇੰਨਾ ਕਮਜ਼ੋਰ ਪੜ ਗਿਆ ਹੈ ਔਰ ਇੰਨਾ ਮਨ ਦੇ ਅਧੀਨ ਹੋ ਗਿਆ ਹੈ ਕਿ ਇਸ ਵਕਤ ਜੋ ਵੀ ਕਰਦਾ ਹੈ ਮਨ ਦੇ ਅਧੀਨ ਚੱਲ ਕੇ ਕਰਦਾ ਹੈ। ਮਨ ਨੇ ਬਾਹਰਮੁਖੀ ਚੀਜ਼ਾਂ ਵਿੱਚ ਫਸਾ ਕੇ ਰੱਖ ਦਿੱਤਾ ਹੈ। ਇਸ ਕਰਕੇ ਮਾਲਿਕ ਦੇ ਪਿਆਰੇ ਬਾਰ-ਬਾਰ ਸਾਡੇ ਦਰਮਿਆਨ ਆਉਂਦੇ ਹਨ, ਸਾਨੂੰ ਦੁਬਾਰਾ ਉਸ ਸੱਚ ਦੇ ਨਾਲ ਜੁੜਨ ਵਾਸਤੇ। ਬਾਬਾ ਜੀ ਨੇ ਅੱਗੇ ਫਰਮਾਇਆ ਕਿ ਇੱਥੇ ਤੀਸਰੀ ਪਾਤਸ਼ਾਹੀ ਫਰਮਾ ਰਹੇ ਹਨ, ਹਰ ਕੀ ਪੂਜਾ ਦੁਲੰਭ ਹੈ ਸੰਤੋ। ਭਗਤੀ ਉਸ ਇੱਕ ਦੀ ਕਰਨੀ ਹੈ। ਅਸੀਂ ਅਨੇਕਤਾ ਵਿੱਚ ਆ ਕੇ ਫਸ ਗਏ ਹਾਂ। ਹਰੇਕ ਦਾ ਆਪਣਾ ਇਸ਼ਟ ਹੈ, ਹਰੇਕ ਨੇ ਆਪਣੇ ਆਪਣੇ ਤੌਰ ਤਰੀਕੇ ਅਪਣਾਏ ਹੋਏ ਹਨ। ਮਗਰ ਜੇ ਤੁਸੀਂ ਵੀ ਕਿਸੇ ਵੀ ਮਜ਼ਹਬ ਦੀ ਗਹਿਰਾਈ ਵਿੱਚ ਜਾ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ, ਹਰੇਕ ਨੇ ਇਸ਼ਾਰਾ ਇੱਕ ਦੀ ਤਰਫ ਕੀਤਾ ਹੈ। ਕਿਸੇ ਨੇ ਦਵੈਤ ਦੀ ਗੱਲ ਨਹੀਂ ਕੀਤੀ। ਪਲਟੂ ਏਕ ਹੀ ਏਕ ਹੈ, ਦੂਸਰ ਨਾ ਹੀ ਕੋਏ। ਵੇਦਾਂ ਸ਼ਾਸਤਰਾਂ ਨੇ ਇੱਕ ਏਕਾ ਕਹਿ ਕੇ ਬਿਆਨ ਕੀਤਾ ਸੀ। ਔਰ ਬਾਣੀ ਵਿੱਚ ਸਾਨੂੰ ਕੀ ਹਿਦਾਇਤ ਦਿੱਤੀ ਗਈ ਸੀ? ਹਾਂ ਤਿਸ ਕੀ ਆਸ ਕਰ ਮਨ ਮੇਰੇ, ਜੋ ਸਭ ਕਾ ਸਵਾਮੀ ਰਹਾ ਸਮਾਏ। ਆਪਨੇ ਕਿਸੇ ਇੱਕ ਮਜ਼ਹਬ ਜਾਂ ਇੱਕ ਫਿਰਕੇ ਜਾਂ ਇੱਕ ਜਾਤ ਦੀ ਗੱਲ ਨਹੀਂ ਕੀਤੀ। ਆਪ ਫਰਮਾ ਰਹੇ ਹਨ ਜੋ ਸਭ ਕਾ ਸਵਾਮੀ, ਸਾਰੇ ਆਲਮ ਦਾ। ਔਰ ਇੱਥੋਂ ਤੀਕਰ ਬਾਣੀ ਵਿੱਚ ਆਪਨੇ ਕਹਿ ਦਿੱਤਾ, ਉਸ ਵਕਤ ਜਦੋਂ ਆਪ ਆਏ ਸੀ ਆਪਣਾ ਦੇਸ਼ ਜਾਤਾਂ ਪਾਤਾਂ ਵਿੱਚ ਵੰਡਿਆ ਹੋਇਆ ਸੀ, ਤਾਂ ਸਾਰੀਆਂ ਜਾਤਾਂ ਵਰਣਨ ਕਰਦੇ ਹੋਏ ਖੱਤਰੀ ਬਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨੋਂ ਕੋ ਸਾਂਝਾ, ਕਿ ਜੋ ਉਹਨਾਂ ਦੀ ਤਾਲੀਮ ਹੈ, ਜੋ ਉਹਨਾਂ ਦੀ ਸਿੱਖਿਆ ਹੈ, ਜੋ ਪਰਮਾਰਥ ਹੈ, ਉਹ ਸਿਰਫ ਕਿਸੇ ਇੱਕ ਧਰਮ ਜਾਂ ਇੱਕ ਫਿਰਕੇ ਵਾਸਤੇ ਨਹੀਂ ਹੈ। ਚੌਂ ਵਰਨੋਂ ਕੋ ਸਾਂਝਾ, ਸਾਰੇ ਆਲਮ ਵਾਸਤੇ ਹੈ, ਸਾਰਿਆਂ ਵਾਸਤੇ ਹੈ। ਇਹ ਫਰਕ ਉਹਨਾਂ ਨੇ ਨਹੀਂ ਬਣਾਏ, ਇਹ ਫਰਕ ਆਪਾਂ ਨੇ ਬਣਾਏ ਹਨ।
ਮਾਲਿਕ ਨੇ ਤਾਂ ਇਨਸਾਨ ਨੂੰ ਬਣਾਇਆ ਸੀ, ਇਨਸਾਨ ਨੇ ਆਪਣੇ ਮਾਰਗਦਰਸ਼ਨ ਵਾਸਤੇ ਇਹ ਮਜ਼ਹਬ ਬਣਾ ਦਿੱਤੇ। ਅੱਗੇ ਬਾਬਾ ਜੀ ਨੇ ਇਕਬਾਲ ਦਾ ਉਦਾਹਰਨ ਦਿੱਤਾ। ਇਕਬਾਲ ਨੇ ਬੜਾ ਖੁੱਲ੍ਹ ਕੇ ਸਮਝਾਇਆ ਸੀ, ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ। ਮਜ਼ਹਬਾਂ ਦਾ ਕੰਮ ਕੋਈ ਵੈਰ ਵਿਰੋਧ ਦਾ ਨਹੀਂ ਹੈ। ਮਜ਼ਹਬਾਂ ਦਾ ਕੰਮ ਕਿ ਪ੍ਰੇਮ ਔਰ ਪਿਆਰ ਦੀ ਨੀਂਹ ਉੱਤੇ ਅਸੀਂ ਅੱਗੇ ਵਧੀਏ, ਔਰ ਫਰਕ ਵੀ ਸਿਰਫ ਇਨਸਾਨ ਕਰਦਾ ਹੈ। ਕਦੇ ਸੂਰਜ ਨੇ ਪੁੱਛਿਆ ਹੈ ਕਿ ਸਾਡਾ ਧਰਮ ਕਿਹੜਾ ਹੈ ਜਾਂ ਸਾਡੀ ਜਾਤ ਕਿਹੜੀ ਹੈ, ਤਾਂ ਹੀ ਆਪਣੀ ਤਪਸ਼ ਸਾਨੂੰ ਦੇਊਗਾ। ਕਦੇ ਜਾਨਵਰਾਂ ਨੇ ਪੁੱਛਿਆ ਹੈ, ਪੇੜ ਪੌਦਿਆਂ ਨੇ ਪੁੱਛਿਆ ਹੈ, ਹਵਾ ਨੇ, ਪਾਣੀ ਨੇ, ਇਹਨਾਂ ਨੇ ਤਾਂ ਕਦੇ ਪਰਖ ਨਹੀਂ ਕੀਤੀ। ਫਿਰ ਅਸੀਂ ਕਿਉਂ ਉਸ ਪਰਖ ਵਿੱਚ ਪੈ ਗਏ ਹਾਂ ਕਿ ਇਹ ਬਈ ਇਹਦਾ ਕੀ ਮਜ਼ਹਬ ਹੈ, ਉਹਦੀ ਕਿਹੜੀ ਜਾਤ ਹੈ। ਮਾਲਿਕ ਨੇ ਇਨਸਾਨ ਨੂੰ ਉੱਤਮ ਤੋਂ ਉੱਤਮ ਜਾਮਾ ਬਖਸ਼ਿਆ ਸੀ, ਔਰ ਕਿਸ ਚੀਜ਼ ਦੀ ਖਾਸੀਅਤ ਬਖਸ਼ੀ ਸੀ? ਉਹ ਵਿਵੇਕ ਦੀ ਤਾਕਤ ਦਿੱਤੀ ਸੀ। ਵਿਵੇਕ ਦਾ ਮਤਲਬ ਕੀ ਸੀ ਕਿ ਅਸੀਂ ਆਪਣਾ ਚੰਗਾ ਔਰ ਬੁਰਾ ਪਹਿਚਾਨ ਸਕੀਏ। ਮਗਰ ਅਸੀਂ ਉਸ ਵਿਵੇਕ ਦਾ ਆਪਣੀ ਚੰਗੇ ਔਰ ਬੁਰੇ ਦੀ ਤਾਂ ਕੀ ਪਹਿਚਾਨ ਕਰਨੀ ਸੀ? ਕਿਸੇ ਨੂੰ ਵੱਡਾ ਬਣਾਤਾ, ਕਿਸੇ ਨੂੰ ਛੋਟਾ ਬਣਾਤਾ। ਔਰ ਇਸੇ ਤਰ੍ਹਾਂ ਮਜ਼ਹਬਾਂ ਵਿੱਚ ਔਰ ਮੁਲਕਾਂ ਵਿੱਚ ਇਹ ਦੀਵਾਰਾਂ ਖੜੀਆਂ ਕਰਕੇ ਅਸੀਂ ਉਨੇ ਹੀ ਮਾਲਿਕ ਤੋਂ ਦੂਰ ਹੁੰਦੇ ਗਏ। ਇਨਸਾਨ ਦੀ ਫਿਤਰਤ ਹੈ, ਇਹ ਜਦੋਂ ਤੋਂ ਹੋਸ਼ ਸੰਭਾਲਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਵੰਡਣਾ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਇਹ ਇਸ ਵਕਤ ਉਸ ਮੈਂ ਔਰ ਮੇਰੀ ਵਿੱਚ ਫਸਿਆ ਹੋਇਆ ਹੈ। ਮੇਰੇ ਕੱਪੜੇ, ਮੇਰੇ ਖਿਡੌਣੇ, ਮੇਰੀਆਂ ਚੀਜ਼ਾਂ। ਬਚਪਨ ਤੋਂ ਅੱਗੇ ਵਧੇ ਅਸੀਂ ਜ਼ਮੀਨਾਂ ਜਾਇਦਾਦਾਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਆਪਣੇ ਆਪ ਨੂੰ ਦੇਸ਼ਾਂ ਵਿੱਚ ਵੰਡ ਲਿਆ, ਮਜ਼ਹਬਾਂ ਵਿੱਚ ਵੰਡ ਲਿਆ, ਜਾਤਾਂ ਵਿੱਚ ਵੰਡ ਲਿਆ, ਇੱਥੋਂ ਤੀਕਰ ਕਿ ਜਿਹੜੀ ਚੀਜ਼ ਵੰਡੀ ਵੀ ਨਹੀਂ ਜਾ ਸਕਦੀ ਅਸੀਂ ਤਾਂ ਮਾਲਿਕ ਨੂੰ ਵੀ ਲੈ ਕੇ ਵੰਡ ਲਿਆ। ਕਿਸੇ ਵੀ ਮਜ਼ਹਬ ਨੂੰ ਲੈ ਲਓ, ਹਿੰਦੂ ਕਹਿੰਦਾ ਹੈ ਮੇਰਾ ਪਰਮਾਤਮਾ ਵੱਡਾ ਹੈ, ਸਿੱਖ ਕਹਿੰਦਾ ਹੈ ਮੇਰਾ ਅਕਾਲ ਪੁਰਖ ਵੱਡਾ ਹੈ, ਈਸਾਈ ਕਹਿੰਦਾ ਹੈ ਮੇਰਾ ਗੋਡ ਵੱਡਾ ਹੈ, ਮੁਸਲਮਾਨ ਕਹਿੰਦਾ ਹੈ ਮੇਰਾ ਖੁਦਾ ਵੱਡਾ ਹੈ। ਕਿਹਦੀ ਵਡਿਆਈ ਗਾ ਰਹੇ ਹਾਂ ਭਾਈ? ਅਸੀਂ ਤਾਂ ਲਫ਼ਜ਼ਾਂ ਦੇ ਹੇਰ ਫੇਰ ਵਿੱਚ ਫਸ ਗਏ। ਇਹ ਲਫ਼ਜ਼ ਸਾਡੇ ਉਚਾਰੇ ਹੋਏ ਹਨ। ਅਲੱਗ-ਅਲੱਗ ਵਕਤਾਂ ਵਿੱਚ ਮਹਾਂਪੁਰਖਾਂ ਨੇ ਆ ਕੇ ਮਾਲਿਕ ਦੀ ਭਗਤੀ ਕੀਤੀ ਔਰ ਸਾਨੂੰ ਸਮਝਾਉਣ ਵਾਸਤੇ ਉਸ ਮਾਲਿਕ ਦੀ ਇੱਕ ਅਲੱਗ ਤੋਂ ਹਸਤੀ ਬਣਾ ਕੇ ਉਹਨੂੰ ਜਿਹੜੇ ਉਹਦੇ ਗੁਣ ਸੀ ਉਹ ਗੁਣਾਂ ਦੇ ਉੱਤੇ ਆਧਾਰਿਤ ਇਹ ਮਾਲਿਕ ਦੇ ਆਪ ਨੇ ਅਲੱਗ-ਅਲੱਗ ਲਫ਼ਜ਼ ਰੱਖ ਦਿੱਤੇ। ਮਗਰ ਕੀ ਅਲੱਗ-ਅਲੱਗ ਲਫ਼ਜ਼ਾਂ ਦੇ ਨਾਲ ਉਸ ਇੱਕ ਦੀ ਹਸਤੀ ਆਪਾਂ ਵੰਡ ਸਕਦੇ ਹਾਂ? ਦੋਸਤੋ, ਸਤਸੰਗ ਦੇ ਦੌਰਾਨ ਬਾਬਾ ਜੀ ਨੇ ਇੱਕ ਬਹੁਤ ਸੁੰਦਰ ਉਦਾਹਰਨ ਵੀ ਦਿੱਤਾ। ਹੁਣ ਦੇਖੋ, ਘਰ ਵਿੱਚ ਬੱਚਾ ਹੈ, ਮਾਂ ਉਹਨੂੰ ਬੜਾ ਪਿਆਰ ਕਰਦੀ ਹੈ ਔਰ ਆਪਣੀ ਪਿਆਰ ਦੀ ਭਾਵਨਾ ਵਿੱਚ ਬੱਚੇ ਨੂੰ ਦਿਨ ਵਿੱਚ ਕਈ ਅਲੱਗ-ਅਲੱਗ ਲਫ਼ਜ਼ਾਂ ਦੇ ਨਾਲ ਪੁਕਾਰਦੀ ਹੈ। ਕਦੇ ਬੇਟਾ ਕਹੂਗੀ, ਕਦੇ ਉਹਦਾ ਕੁਝ ਹੋਰ ਨਾਮ ਲੈ ਕੇ ਬੁਲਾਊਗੀ, ਕਦੇ ਮੇਰਾ ਪਿਆਰਾ ਕਹਿ ਕੇ ਬੁਲਾਊਗੀ। ਹੁਣ ਕੀ ਅਲੱਗ-ਅਲੱਗ ਲਫ਼ਜ਼ਾਂ ਨੂੰ ਇਸਤੇਮਾਲ ਕਰਨ ਦੇ ਨਾਲ ਉਸ ਬੱਚੇ ਦੇ ਨਾਲ ਰਿਸ਼ਤਾ ਬਦਲ ਗਿਆ? ਉਹਦਾ ਰਿਸ਼ਤਾ ਤਾਂ ਬੱਚੇ ਦੇ ਨਾਲ ਹੈ, ਲਫ਼ਜ਼ਾਂ ਦਾ ਸਹਾਰਾ ਲਿੱਤਾ ਹੈ ਸਿਰਫ ਆਪਣਾ ਪਿਆਰ ਜ਼ਾਹਿਰ ਕਰਨ ਵਾਸਤੇ। ਔਰ ਉਸੇ ਤਰ੍ਹਾਂ ਆਪਾਂ ਮਾਲਿਕ ਨੂੰ ਕਿਸੇ ਵੀ ਲਫ਼ਜ਼ ਦੇ ਨਾਲ ਪੁਕਾਰੀਏ। ਭਗਤੀ ਆਪਾਂ ਇੱਕ ਦੀ ਕਰਨੀ ਹੈ। ਜਗ ਜੀਵਨ ਸਾਚਾ ਏਕੋ ਦਾਤਾ, ਇਸ ਜਗ ਨੂੰ ਜੀਵਨ ਦੇਣ ਵਾਲਾ, ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਉਹ ਇੱਕ ਮਾਲਿਕ ਹੈ। ਏਕ ਪਿਤਾ ਏਕਸ ਕੇ ਹੰਬਾਰਕ, ਉਹ ਸਾਡਾ ਪਿਤਾ ਹੈ, ਅਸੀਂ ਉਹਦੀ ਸੰਤਾਨ ਹਾਂ। ਹੁਣ ਇਹ ਕਿਹਦੀ ਅਕਲ ਵਿੱਚ ਆਉਂਦਾ ਹੈ ਕਿ ਜੇ ਪਿਤਾ ਇੱਕ ਹੈ ਤਾਂ ਇੱਕ ਬੱਚੇ ਦਾ ਅਲੱਗ ਧਰਮ ਹੋਊਗਾ ਤੇ ਦੂਜੇ ਦਾ ਅਲੱਗ ਹੋਊਗਾ, ਜਾਂ ਕਿਸੇ ਦੀ ਵੱਡੀ ਜਾਤ ਹੋਊਗੀ ਜਾਂ ਕਿਸੇ ਦੀ ਛੋਟੀ ਜਾਤ ਹੋਊਗੀ। ਸੋ ਇਸ ਕਰਕੇ ਭਾਈ ਪਹਿਲਾਂ ਇਹ ਸਮਝਣਾ ਹੈ ਕਿ ਭਗਤੀ ਕਰਨੀ ਕਿਹਦੀ ਹੈ। ਜਿੰਨਾ ਚਿਰ ਅਸੀਂ ਇਹ ਦਵੈਤ ਦੀ ਭਾਵਨਾ ਨੂੰ ਛੱਡ ਕੇ ਉਸ ਇੱਕ ਨੂੰ ਨਹੀਂ ਅਪਣਾਵਾਂਗੇ ਅਸੀਂ ਕਦੇ ਵੀ ਮਾਲਿਕ ਦੀ ਪ੍ਰਾਪਤੀ ਨਹੀਂ ਕਰ ਪਾਵਾਂਗੇ। ਉਹ ਇੱਕ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਤੇ ਉਹ ਹੈ ਕਿੱਥੇ? ਤਾਂ ਆਪ ਨੇ ਫਰਮਾਇਆ, ਘਟ ਘਟ में हरजू वसै संतन कहियो पुकार। घट घट में आपने ਇਹ ਨਹੀਂ ਕਿਹਾ ਕਿ ਉਹ ਸਿਰਫ ਹਿੰਦੂਆਂ ਵਿੱਚ ਹੈ ਜਾਂ ਮੁਸਲਮਾਨਾਂ ਵਿੱਚ ਹੈ ਜਾਂ ਈਸਾਈਆਂ ਵਿੱਚ ਜਾਂ ਸਿੱਖਾਂ ਵਿੱਚ ਹੈ। ਘਟ ਘਟ में हरजू वसै संतन कहियो पुकार। ਔਰ ਇਹੀ ਸੋਚ ਕਬੀਰ ਸਾਹਿਬ ਨੇ ਅੱਗੇ ਰੱਖੀ ਸੀ, ਸਭ ਘਟ ਮੇਰੇ ਸਾਈਆਂ ਸੁਨੀ ਸੇਜ ਨਾ ਕੋਏ, ਬਲਹਾਰੀ ਵਹਿ ਘਟ ਕੀ ਜਹ ਘਟ ਪ੍ਰਗਟ ਹੋਏ। ਸਾਡੀਆਂ ਅੱਖਾਂ ਦੇ ਅੱਗੇ ਮਾਇਆ ਦਾ ਪਰਦਾ ਛਾਇਆ ਹੋਇਆ ਹੈ, ਇਸ ਕਰਕੇ ਸਾਨੂੰ ਸਾਰਾ ਕੁਝ ਅਸਲੀਅਤ ਵਿੱਚ ਦਿਖਾਈ ਨਹੀਂ ਦਿੰਦਾ। ਕਹਿਣ ਵਾਸਤੇ ਅਸੀਂ ਕਹਿ ਦਿੰਦੇ ਹਾਂ ਕਿ ਅੱਖਾਂ ਖੁੱਲ੍ਹੀਆਂ ਹਨ, ਮਗਰ ਖੁੱਲ੍ਹੀਆਂ ਅੱਖਾਂ ਦੇ ਨਾਲ ਇਹ ਇਨਸਾਨ ਫਿਰ ਵੀ ਠੋਕਰ ਖਾਂਦਾ ਹੈ ਤਾਂ ਆਪਾਂ ਇਹੀ ਕਵਾਂਗੇ ਕਿ ਤੈਨੂੰ ਦਿਖਦਾ ਨਹੀਂ ਸੀ। ਕਹਿਣ ਵਾਸਤੇ ਸਾਡੀਆਂ ਅੱਖਾਂ ਖੁੱਲ੍ਹੀਆਂ ਹਨ, ਮਗਰ ਜਿੰਨਾ ਚਿਰ ਅਸੀਂ ਸੱਚ ਦੀ ਪਹਿਚਾਣ ਨਹੀਂ ਕਰ ਸਕੇ,
ਸੱਚ ਦੇ ਰਸਤੇ ਉੱਤੇ ਨਹੀਂ ਚੱਲ ਸਕੇ। ਇਸੇ ਕਰਕੇ ਠੋਕਰਾਂ ਖਾਂਦੇ ਫਿਰਦੇ ਹਾਂ, ਇਸੇ ਕਰਕੇ ਮਾਲਿਕ ਤੋਂ ਦੂਰ ਹੋਏ ਬੈਠੇ ਹਾਂ। ਸੋ ਕਬੀਰ ਸਾਹਿਬ ਕਹਿੰਦੇ ਹਨ ਕਿ ਮਾਲਿਕ ਤਾਂ ਸਾਰਿਆਂ ਦੇ ਅੰਦਰ ਹੈ, ਮਗਰ ਫਰਕ ਪਹਿਚਾਨ ਦਾ ਹੈ। ਇਹ ਰੂਹਾਨੀਅਤ ਵੀ ਸਿਰਫ ਇੱਕ ਪਹਿਚਾਨ ਹੈ, ਇੱਕ ਰਿਅਲਾਈਜੇਸ਼ਨ ਹੈ। ਬਾਬਾ ਜੀ ਨੇ ਅੱਗੇ ਫਰਮਾਇਆ ਕਿ ਅਸੀਂ ਪਤਾ ਨਹੀਂ ਕਿਹੜੇ ਅਡੰਬਰਾਂ ਵਿੱਚ ਜਾ ਕੇ ਫਸ ਜਾਂਦੇ ਹਾਂ ਕਿ ਆਹ ਕਰਨਾ ਹੈ, ਆਹ ਕਰਨਾ ਹੈ। ਕਰਨਾ ਇੱਕੋ ਹੀ ਕੰਮ ਹੈ, ਆਪਣਾ ਧਿਆਨ ਅੰਤਰਮੁਖ ਕਰਕੇ ਅੰਦਰੋਂ ਜਾ ਕੇ ਉਹਦੀ ਪਹਿਚਾਨ ਕਰਨੀ ਹੈ। ਸਭ ਕੁਛ ਘਰ ਮੇਂ ਬਾਹਰ ਨਾਹੀਂ, ਬਾਹਰ ਢੂੰਡੇ ਸੋ ਭਰਮ ਭੁਲਾਈ। ਜੋ ਦੇਣਾ ਸੀ ਉਹਨੇ ਦੇਤਾ, ਪਹਿਚਾਨ ਕਰਨੀ ਹੈ, ਕਦਰ ਕਰਨੀ ਹੈ। ਅਸੀਂ ਮੰਗਣ ਵਿੱਚ ਲੱਗੇ ਹੋਏ ਹਾਂ, ਮੰਗਤੇ ਬਣ ਕੇ ਰਹਿ ਗਏ। ਸੋ ਇਹ ਸਿਰਫ ਇੱਕ ਪਹਿਚਾਨ ਹੈ। ਅੰਗਰੇਜ਼ੀ ਦਾ ਮੁਹਾਵਰਾ ਹੈ ਸੈਲਫ ਰਿਅਲਾਈਜੇਸ਼ਨ ਬਿਫੋਰ ਗੋਡ ਰਿਅਲਾਈਜੇਸ਼ਨ। ਬਾਣੀ ਵਿੱਚ ਆਪ ਕਹਿੰਦੇ ਹਨ, ਸੋ ਜਨ ਨਿਰਮਲ ਜਿਨ ਆਪ ਪਛਾਤਾ। ਪਹਿਲਾਂ ਆਪਣੀ ਪਹਿਚਾਨ ਕਰਨੀ ਹੈ, ਔਰ ਜਿੱਦਨ ਆਪਣੀ ਪਹਿਚਾਨ ਹੋ ਗਈ ਨਾ, ਕੁਝ ਹੋਰ ਕਰਨ ਦੀ ਲੋੜ ਨਹੀਂ ਹੈ। ਬਾਕੀ ਸਭ ਕੁਝ ਆਪਣੇ ਆਪ ਤੁਹਾਡੇ ਸਾਹਮਣੇ ਪੇਸ਼ ਹੋ ਜਾਊਗਾ। ਸਭ ਤੋਂ ਉੱਚੀ ਬੰਦਗੀ, ਸਭ ਤੋਂ ਉੱਚੀ ਪੂਜਾ ਉਸ ਇੱਕ ਦੀ ਹੈ। ਅੱਗੇ ਦੋਸਤੋ ਬਾਬਾ ਜੀ ਨੇ ਇੱਕ ਗੱਲ ਫਰਮਾਈ ਕਿ ਤੁਸੀਂ ਦੇਖੋ ਸਾਡੇ ਦੇਸ਼ ਵਿੱਚ ਹਰੇਕ ਧਰਮ ਦਾ ਧਰਮ ਸਥਾਨ ਮਿਲ ਜੂਗਾ, ਲੇਕਿਨ ਉਸ ਇੱਕ ਮਾਲਿਕ ਦਾ ਨਹੀਂ ਮਿਲਣਾ। ਕਿਉਂਕਿ ਉਹਦਾ ਜਿਹੜਾ ਸੱਚਾ ਧਰਮ ਸਥਾਨ ਹੈ ਨਾ, ਹਰੀ ਮੰਦਿਰ, ਇਹ ਸ਼ਰੀਰ ਹੈ। ਗਿਆਨ ਰਤਨ ਪ੍ਰਗਟ ਹੋਏ, ਹਰੀ ਦਾ ਸੱਚਾ ਮੰਦਿਰ, ਉਹਦਾ ਸੱਚਾ ਦੁਆਰਾ। ਬਾਈਬਲ ਵਿੱਚ ਵੀ ਆਪਨੇ ਕਿਹਾ ਸੀ, ਯੀ ਆਰ ਦਾ ਟੈਂਪਲ ਆਫ ਦਾ ਲਿਵਿੰਗ ਗੋਡ, ਕਿ ਤੁਸੀਂ ਖੁਦ ਉਸ ਪਰਮਾਤਮਾ ਦੇ ਜਿੰਦੇ ਜਾਗਤੇ ਮੰਦਿਰ ਹੋ। ਇਹ ਜਿਹੜਾ ਲਫ਼ਜ਼ ਹੈ ਮੰਦਿਰ, ਮਨ ਦੇ ਅੰਦਰ, ਤੁਹਾਡੇ ਅੰਦਰ, ਇਹ ਉਹਦਾ ਸੱਚਾ ਨਿਵਾਸ ਸਥਾਨ ਹੈ। ਕਹਿਣਾ ਕਛੂ ਨਾ ਜਾਈ, ਕਿ ਇਹ ਲਫ਼ਜ਼ਾਂ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਬਾਬਾ ਜੀ ਨੇ ਕਬੀਰ ਸਾਹਿਬ ਦਾ ਵੀ ਉਦਾਹਰਨ ਦਿੱਤਾ ਸੀ। ਕਬੀਰ ਸਾਹਿਬ ਨੇ ਸਮਝਾਇਆ ਸੀ, ਜੋ ਦੀਸੇ ਸੋ ਤੋ ਹੈ ਨਾਹੀਂ, ਜੋ ਹੈ ਸੋ ਕਹਾ ਨਾ ਜਾਈ। ਸਿਆਣਾ ਬਿਆਣਾ ਕਿਆ ਸਮਝਾਈ, ਗੂੰਗੇ ਕਾ ਗੁੜ ਭਾਈ। ਕਿ ਜੋ ਦਿਖਾਈ ਦਿੰਦਾ ਹੈ ਉਹ ਤਾਂ ਉਹ ਹੈ ਨਹੀਂ, ਜੋ ਉਹ ਹੈ ਉਹ ਸਾਨੂੰ ਦਿਖਾਈ ਨਹੀਂ ਦਿੰਦਾ। ਸੰਤ ਮਹਾਤਮਾ ਕਿਵੇਂ ਆ ਕੇ ਬਿਆਨ ਕਰਨ, ਕਿਵੇਂ ਆ ਕੇ ਸਮਝਾਉਣ, ਤਾਂ ਆਪ ਕਹਿੰਦੇ ਹਨ ਗੂੰਗੇ ਕਾ ਗੁੜ ਭਾਈ, ਕਿ ਗੂੰਗੇ ਨੂੰ ਗੁੜ ਦੇ ਕੇ ਪੁੱਛੋ ਕਿੰਨਾ ਕੁ ਮਿੱਠਾ ਹੈ, ਉਹ ਗੁਣ ਦੇ ਸਿਵਾਏ ਹੋਰ ਕੁਝ ਬਿਆਨ ਨਹੀਂ ਕਰ ਸਕਦਾ। ਉਸੇ ਤਰ੍ਹਾਂ ਭਾਈ, ਭਾਵੇਂ ਮਾਲਿਕ ਹੈ, ਭਾਵੇਂ ਪਰਮਾਰਥ ਹੈ, ਇਹਨਾਂ ਚੀਜ਼ਾਂ ਨੂੰ ਆਪਾਂ ਮਹਿਸੂਸ ਕਰਨਾ ਹੈ। ਐਸੀ ਲਫ਼ਜ਼ਾਂ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਪਣਾ ਦਿਮਾਗ, ਆਪਣਾ ਇੰਟੈਲੈਕਟ ਲਿਆ ਕੇ ਉਹਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੋਸਤੋ ਬਾਬਾ ਜੀ ਨੇ ਬੜਾ ਹੀ ਸਿਸਟਮੈਟਿਕਲੀ ਚੱਲਦੇ ਹੋਏ ਸੰਗਤ ਨੂੰ ਬੜੇ ਹੀ ਪਿਆਰ ਨਾਲ ਪੂਰੀ ਡਿਟੇਲ ਵਿੱਚ ਸਮਝਾਇਆ, ਬਾਣੀਆਂ ਦਾ ਉਦਾਹਰਨ ਦੇ ਕੇ ਕਿ ਸ਼ਬਦ ਕੀ ਹੈ, ਨਾਮ ਕੀ ਹੈ। ਜੋ ਗੁਰਮੁਖ ਜਨ ਸਾਨੂੰ ਤਰੀਕਾ ਦੱਸਦੇ ਹਨ, ਜੋ ਯੁਕਤੀ ਦੱਸਦੇ ਹਨ, ਉਹਦੇ ਉੱਤੇ ਕਿਵੇਂ ਚੱਲਣਾ ਹੈ। ਤੇ ਮਨ ਦੀਆਂ ਰੁਕਾਵਟਾਂ ਉੱਤੇ, ਰੁਕਾਵਟ ਕਿਸ ਚੀਜ਼ ਦੀ ਹੈ, ਇਹ ਮਨ ਦੀ ਰੁਕਾਵਟ ਹੈ, ਇਹਨੂੰ ਕਿਵੇਂ ਦੂਰ ਕਰਨਾ ਹੈ। ਹਉਮੈ ਦੀ ਰੁਕਾਵਟ, ਅਹੰਕਾਰ ਦੀ ਰੁਕਾਵਟ, ਮੈਂ ਮੇਰੀ ਦੀ ਰੁਕਾਵਟ, ਕਿ ਜੋ ਕੁਝ ਵੀ ਕੀਤਾ ਹੈ, ਇਹ ਸਾਰੀ ਸ੍ਰਿਸ਼ਟੀ ਬਣਾਈ ਹੈ। ਇਹ ਜਿਹੜੀ ਇਹਦੀ ਹਸਤੀ ਬਣੀ ਹੈ, ਇਹ ਉਸ ਨਾਮ, ਉਸ ਸ਼ਬਦ ਦੇ ਜ਼ਰੀਏ ਬਣੀ ਹੈ। ਔਰ ਜਿੱਦਨ ਉਹ ਮਾਲਿਕ ਇਹ ਸ਼ਬਦ ਨੂੰ ਵਾਪਸ ਬੁਲਾ ਲਊਗਾ, ਇੱਥੇ ਪਰਲੇ ਮਹਾਪਰਲੇ ਆ ਜਾਊਗੀ। ਉਤਪਤ ਪਰਲੇ ਸ਼ਬਦ ਹੋਵੇ, ਸ਼ਬਦੇ ਹੀ ਫਿਰ ਉਪਜ ਹੋਵੇ। ਉਹਨੇ ਉਸ ਨਾਮ ਨੂੰ ਇਸ ਸ੍ਰਿਸ਼ਟੀ ਵਿੱਚੋਂ ਵਾਪਸ ਬੁਲਾ ਲਿਆ, ਇਹ ਸ੍ਰਿਸ਼ਟੀ ਦੀ ਹਸਤੀ ਖਤਮ ਹੋ ਗਈ, ਇੱਥੇ ਪਰਲੇ ਮਹਾਪਰਲੇ ਹੋ ਗਈ। ਉਹੀ ਮਾਲਿਕ ਨੇ ਆਪਣੀ ਮੌਜ ਵਿੱਚ ਆ ਕੇ ਸਾਡੇ ਅੰਦਰੋਂ ਉਹ ਸ਼ਬਦ ਨੂੰ ਬੁਲਾ ਲਿਆ, ਤਾਂ ਸਾਡੀ ਹਸਤੀ ਖਤਮ ਹੋ ਜਾਊਗੀ, ਜਿਹਨੂੰ ਆਪਾਂ ਮੌਤ ਕਹਿ ਕੇ ਬਿਆਨ ਕਰਦੇ ਹਾਂ। ਔਰ ਫਿਰ ਉਹਨੇ ਇਸ ਦੁਨੀਆ ਨੂੰ ਫਿਰ ਤੋਂ ਕਾਇਮ ਕਰਨਾ ਹੈ। ਆਪ ਕਹਿੰਦੇ ਹਨ ਸ਼ਬਦੇ ਹੀ ਫਿਰ ਉਪਤ ਹੋਵੇ, ਉਸ ਸ਼ਬਦ ਦੇ ਜ਼ਰੀਏ। ਇਸ ਕਰਕੇ ਇਹ ਕੋਈ ਲਫ਼ਜ਼ ਨਹੀਂ ਹੈ, ਇਹ ਉਹ ਤਾਕਤ ਹੈ। ਇਸ ਕਰਕੇ ਆਪਨੇ ਕਿਹਾ ਸੀ, ਏਕ ਨਾਮ ਜੁਗ ਚਾਰ ਉਧਾਰੇ। ਉਹ ਨਾਮ ਜਿਹੜਾ ਚਾਰਾਂ ਯੁਗਾਂ ਨੂੰ ਉਤਾਰਦਾ ਆਇਆ ਹੈ। ਸਾਡੀਆਂ ਬੋਲੀਆਂ, ਸਾਡੀ ਜ਼ੁਬਾਨ ਕਦੋਂ ਸ਼ੁਰੂ ਹੋਈ, ਆਪਾਂ ਉਹਦੀ ਹਿਸਟਰੀ ਟ੍ਰੇਸ ਕਰ ਸਕਦੇ ਹਾਂ, ਮਿਆਦ ਨਿਯੁਕਤ ਕਰ ਸਕਦੇ ਹਾਂ, ਮਗਰ ਉਹ ਤਾਂ ਉਸ ਨਾਮ ਦਾ ਹਵਾਲਾ ਦੇ ਰਹੇ ਹਨ ਜਦੋਂ ਤਾਂ ਇਹ ਜ਼ਬਾਨਾਂ ਵੀ ਨਹੀਂ ਸ਼ੁਰੂ ਹੋਈਆਂ ਸਨ। ਔਰ ਫਿਰ ਆਪਨੇ ਕਿਹਾ, ਬਾਣੀ ਵੱਜੀ ਚੌਂ ਜੁਗੀ ਸੱਚੋ ਸੱਚ ਸੁਣਾਏ। ਉਹ ਬਾਣੀ ਜਿਹੜੀ ਚਾਰਾਂ ਯੁਗਾਂ ਨੂੰ ਉਤਾਰਦੀ ਆਈ ਹੈ। ਸੋ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਤੇ ਦੋਸਤੋ ਸਤਸੰਗ ਫਰਮਾਉਂਦੇ ਬਾਬਾ ਜੀ ਬਹੁਤ ਜੋਸ਼ ਵਿੱਚ ਆ ਗਏ ਸੀ, ਤੇ ਉਹਨਾਂ ਦੇ ਚਿਹਰੇ ਤੋਂ ਉਹ ਨੂਰੀ ਪ੍ਰਕਾਸ਼ ਝਲਕ ਰਿਹਾ ਸੀ,
ਜਿਹਦਾ ਅਹਿਸਾਸ ਕਾਫੀ ਸੰਗਤ ਨੂੰ ਹੋ ਸਕਦਾ ਹੈ। ਤੇ ਸਤਸੰਗ ਦੇ ਦਰਮਿਆਨ ਵਿੱਚ ਇੱਕ ਬੀਬੀ ਜੀ ਬਹੁਤ ਜ਼ੋਰ-ਜ਼ੋਰ ਦੇ ਨੇ ਚਿল্ਲਾਈ, ਜਿਵੇਂ ਉਹਨੂੰ ਆਪਣੇ ਉੱਤੇ ਕਾਬੂ ਹੀ ਨਾ ਹੋਵੇ। ਤੇ ਫਿਰ ਸੇਵਾਦਾਰਾਂ ਨੇ ਉਹਨੂੰ ਸੰਭਾਲਿਆ ਹੋਣਾ। ਜਿਸ ਦਿਸ਼ਾ ਤੋਂ ਮੈਨੂੰ ਆਵਾਜ਼ ਆ ਰਹੀ ਸੀ, ਮੈਂ ਉਸ ਤਰਫ ਦੇਖਦਾ ਰਿਹਾ ਸੀ, ਪਰ ਮੇਰੀ ਨਜ਼ਰ ਨਹੀਂ ਜਾ ਰਹੀ ਸੀ ਤੇ ਮੈਂ ਆਪਣਾ ਖਿਆਲ ਉਸ ਤਰਫ ਜ਼ਿਆਦਾ ਰੱਖ ਨਹੀਂ ਪਾਇਆ, ਕਿਉਂਕਿ ਬਾਬਾ ਜੀ ਦੇ ਮਿੱਠੇ ਵਚਨਾਂ ਨੇ ਮੈਨੂੰ ਕੋਹ ਲਿਆ ਤੇ ਮੇਰਾ ਖਿਆਲ ਵਧੋ ਵਧੀ ਹੀ ਬਾਬਾ ਜੀ ਦੇ ਵਚਨਾਂ ਵੱਲ ਜਾ ਰਿਹਾ ਸੀ ਤੇ ਮੇਰਾ ਧਿਆਨ, ਮੇਰਾ ਮਨ ਆਟੋਮੈਟਿਕਲੀ ਉਹਨਾਂ ਵੱਲ ਖਿੱਚਿਆ ਚਲਿਆ ਜਾ ਰਿਹਾ ਸੀ। ਤਾਂ ਇਹ ਸੀ ਅੱਜ ਦੀ ਵੀਡੀਓ। ਜੋ ਵੀ ਦੋਸਤ ਚੈਨਲ ਤੇ ਨਵੇਂ ਹਨ ਉਹ ਸਬਸਕ੍ਰਾਈਬ ਵੀ ਕਰ ਸਕਦੇ ਆ ਤੇ ਲੋਕੇਸ਼ਨਸ ਦੀ ਵੀਡੀਓਜ਼ ਵੀ ਦੋਸਤੋਂ ਜਲਦ ਆਉਣਗੀਆਂ। ਉਦੋਂ ਤੱਕ ਜਿਨ੍ਹਾਂ ਨੇ ਹਜ਼ੂਰ ਮਹਾਰਾਜ ਜੀ ਦੀ ਕੋਠੀ ਦਾ ਵਲੌਗ ਦੇਖਣਾ ਹੈ ਤੇ ਬਾਬਾ ਜੀ ਦੀ ਯੂਨੀਵਰਸਿਟੀ ਦਾ ਵਲੌਗ ਤੇ ਸਕੂਲ ਦਾ ਵਲੌਗ ਉਹ ਦੇਖ ਸਕਦਾ ਹੈ। ਲਿੰਕ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਣਗੇ। ਟੇਕ ਕੇਅਰ, ਬਾਏ ਬਾਏ। सूरत समारी जब जब सूरत लगेवा घर की पल पल नैनन